ਵੈਲਕਮ ਸਟੂਡੈਂਟਸ। ਸਾਡਾ ਟੌਪਿਕ ਆ ਕ੍ਰੀਏਸ਼ਨ ਆਫ ਐਨ ਐਮਪਾਇਰ, ਇੱਕ ਸਾਮਰਾਜ ਦਾ ਨਿਰਮਾਣ। ਅਸੀਂ ਬਾਬਰ ਤੋਂ ਲੈ ਕੇ ਕਾਫੀ ਜਿਹੜੇ ਸ਼ਾਸਕ ਨੇ, ਰਾਜੇ ਨੇ, ਉਹਨਾਂ ਦੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਬਾਬਰ ਮੁਗਲ ਵੰਸ਼ ਦਾ ਸਥਾਪਕ ਸੀ। ਬਾਬਰ ਉਹ ਮੱਧ ਏਸ਼ੀਆ ਵਿੱਚ ਸਥਿਤ ਫਰਗਨਾ ਦਾ ਸ਼ਾਸਨ ਸੀ। ਉਸਦੇ ਪਿਤਾ ਦਾ ਨਾਮ ਸ਼ੇਖ ਮਿਰਜ਼ਾ ਤੇ ਮਾਤਾ ਦਾ ਨਾਮ ਕੁਤਲੁਗ-ਨਿਗਾਰ ਖਾਨਮ ਸੀ। ਬਾਬਰ ਨੇ ਮੁਗਲ ਵੰਸ਼ ਦੀ ਸਥਾਪਨਾ ਦੇ ਨਾਲ ਹੀ ਪਾਤਸ਼ਾਹੀ ਦੀ ਸਥਾਪਨਾ ਕੀਤੀ, ਜਿਸ ਦੇ ਤਹਿਤ ਸ਼ਾਸਕ ਨੂੰ ਬਾਦਸ਼ਾਹ ਕਿਹਾ ਜਾਂਦਾ ਸੀ। ਬਾਬਰ ਆਪਣੇ ਪਿਤਾ ਵੱਲੋਂ ਤੈਮੂਰ ਦਾ ਅਤੇ ਮਾਤਾ ਵੱਲੋਂ ਚੰਗੇਜ਼ ਖਾਨ ਮੰਗੋਲ ਦਾ ਵੰਸ਼ਜ ਸੀ। ਬਾਬਰ ਵੱਲੋਂ ਭਾਰਤ ਉੱਤੇ 5 ਵਾਰ ਹਮਲਾ ਕੀਤਾ ਗਿਆ। ਫਿਰ ਹਮਾਯੂੰ ਬਾਬਰ ਦਾ ਉੱਤਰਾਧਿਕਾਰੀ ਹਮਾਯੂੰ ਸੀ। ਦਿੱਲੀ ਦੀ ਗੱਦੀ ਤੇ ਬੈਠਣ ਤੋਂ ਪਹਿਲਾਂ ਹਮਾਯੂੰ ਬਦਖਸ਼ਾਂ ਦਾ ਸੂਬੇਦਾਰ ਸੀ। ਆਪਣੇ ਰਾਜ ਤਿਲਕ ਦੇ ਬਾਅਦ ਹਮਾਯੂੰ ਨੇ ਆਪਣਾ ਰਾਜ ਆਪਣੇ 3 ਭਰਾਵਾਂ ਕਾਮਰਾਨ, ਅਸਕਰੀ ਤੇ ਹਿੰਦਾਲ ਵਿੱਚ ਵੰਡ ਦਿੱਤਾ, ਜੋ ਕਿ ਉਸਦੀ ਸਭ ਤੋਂ ਵੱਡੀ ਰਾਜਨੀਤਿਕ ਭੁੱਲ ਸਿੱਧ ਹੋਈ। ਹਮਾਯੂੰ ਨੇ ਦਿੱਲੀ ਦੇ ਨੇੜੇ ਦੀਨ ਪਨਾਹ ਨਗਰ ਦੀ ਸਥਾਪਨਾ ਕੀਤੀ। ਹਮਾਯੂੰ ਦਾ ਮੁੱਖ ਦੁਸ਼ਮਣ ਸ਼ੇਰ ਸ਼ਾਹ ਸੂਰੀ ਸੀ, ਜਿਸ ਨੇ ਉਸ ਨੂੰ ਚੌਸਾ ਦੇ ਯੁੱਧ ਵਿੱਚ ਹਰਾ ਦਿੱਤਾ ਅਤੇ 1540 ਵਿੱਚ ਕਨੌਜ ਦੇ ਯੁੱਧ ਵਿੱਚ ਹਰਾ ਕੇ ਭਾਰਤ ਤੋਂ ਬਾਹਰ ਚਲੇ ਜਾਣ ਦਾ ਵਾਅਦਾ ਲੈ ਲਿਆ। ਉਸ ਤੋਂ ਆਪਣੇ ਨਿਰਵਾਸਨ ਕਾਲ ਦੇ ਦੌਰਾਨ ਹਮਾਯੂੰ ਸ਼ੁਰੂ ਵਿੱਚ ਅਮਰਕੋਟ ਦੇ ਰਾਣਾ ਬੀਰਸਾਲ ਦੇ ਕੋਲ ਅਤੇ ਅੰਤ ਵਿੱਚ ਈਰਾਨ ਦੇ ਸ਼ਾਸਕ ਕੋਲ ਰਿਹਾ। ਹਮਾਯੂੰ 1555 ਈਸਵੀ ਵਿੱਚ ਪੰਜਾਬ ਦੇ ਸੂਰੀ ਸ਼ਾਸਕ ਸਿਕੰਦਰ ਨੂੰ ਜਿੱਤ ਕੇ ਦਿੱਲੀ ਦੀ ਗੱਦੀ ਉੱਤੇ ਬੈਠਿਆ। 1556 ਜਨਵਰੀ ਵਿੱਚ ਦੀਨ ਪਨਾਹ ਭਵਨ ਵਿੱਚ ਲਾਇਬ੍ਰੇਰੀ ਦੀਆਂ ਪੌੜੀਆਂ ਤੋਂ ਡਿੱਗਣ ਕਰਕੇ ਉਸ ਦੀ ਮੌਤ ਹੋ ਗਈ। ਸ਼ੇਰ ਸ਼ਾਹ ਸੂਰੀ ਦੀ ਗੱਲ ਕਰਾਂਗੇ। ਸ਼ੇਰ ਸ਼ਾਹ ਸੂਰੀ ਸੂਰ ਸਾਮਰਾਜ ਦਾ ਸੰਸਥਾਪਕ ਅਫਗਾਨ ਵੰਸ਼ਜ ਸੀ। ਸ਼ੇਰ ਸ਼ਾਹ ਦਾ ਸਭ ਤੋਂ ਪਹਿਲਾ ਨਾਮ ਫਰੀਦ ਖਾਨ ਸੀ। ਉਸ ਨੂੰ ਸ਼ੇਰ ਖਾਨ ਦੀ ਉਪਾਧੀ ਬਾਬਰ ਖਾਸ ਲੋਹਾਨੀ ਨੇ ਦਿੱਤੀ। ਸ਼ੇਰ ਸ਼ਾਹ ਦੇ ਪਿਤਾ ਹਸਨ ਖਾਨ ਜੌਨਪੁਰ ਦੇ ਇੱਕ ਛੋਟੇ ਜ਼ਮੀਂਦਾਰ ਸਨ। ਸ਼ੇਰ ਸ਼ਾਹ ਦੇ ਵੱਡਾ ਹੋਣ ਤੇ ਆਪਣੇ ਪਿਤਾ ਨਾਲ ਸਮਾਗਮ ਖਵਾਸਪੁਰ ਦੇ ਪਰਗਨੇ ਤੋਂ ਪ੍ਰਾਪਤ ਕੀਤੇ, ਜੋ ਉਸ ਦੇ ਅਧਿਕਾਰ ਵਿੱਚ 1497 ਈਸਵੀ ਤੋਂ 1518 ਈਸਵੀ ਤੱਕ ਰਹੇ। ਸ਼ੇਰ ਸ਼ਾਹ ਨੇ ਆਪਣੇ ਅਧਿਕਾਰਾਂ ਦੀ ਰੱਖਿਆ ਅਤੇ ਸ਼ਕਤੀ ਵਿਸਥਾਰ ਲਈ ਬਿਹਾਰ ਦੇ ਸੁਲਤਾਨ ਮੁਹੰਮਦ ਸ਼ਾਹ ਨੂਹਾਨੀ ਦੇ ਨੌਕਰੀ ਕਰ ਲਈ। 1539 ਵਿੱਚ ਚੌਸਾ ਦਾ ਅਤੇ 1540 ਵਿੱਚ ਵਿਲਗਰਾਮ ਕਨੌਜ ਦਾ ਯੁੱਧ ਜਿੱਤਣ ਤੋਂ ਬਾਅਦ ਉਹ ਦਿੱਲੀ ਦੀ ਗੱਦੀ ਉੱਤੇ ਜਾ ਬੈਠਾ। ਉੱਤਰ ਭਾਰਤ ਵਿੱਚ ਸੂਰਵੰਸ਼ ਦੇ ਦੂਜੇ ਅਫਗਾਨ ਸਾਮਰਾਜ ਸੰਸਥਾਪਕ ਸ਼ੇਰ ਖਾਨ ਨੇ ਆਪਣੇ ਰਾਜ ਅਭਿਸ਼ੇਕ ਸਮੇਂ ਸ਼ੇਰ ਸ਼ਾਹ ਦੀ ਉਪਾਧੀ ਗ੍ਰਹਿਣ ਕੀਤੀ। ਅਕਬਰ ਦਾ ਜਨਮ ਹਮਾਯੂੰ ਦੇ ਸ਼ਾਸਨਕਾਲ ਸਮੇਂ 1542 ਈਸਵੀ ਵਿੱਚ ਅਮਰਕੋਟ ਦੇ ਰਾਣਾ ਬੀਰਸਾਲ ਦੇ ਮਹਿਲ ਵਿੱਚ ਹੋਇਆ। ਅਕਬਰ ਦੀ ਮਾਂ ਦਾ ਨਾਮ ਹਮੀਦਾ ਬਾਨੋ ਬੇਗਮ ਸੀ। ਅਕਬਰ ਦਾ ਰਾਜ ਅਭਿਸ਼ੇਕ ਫਰਵਰੀ 1556 ਈਸਵੀ ਨੂੰ ਪੰਜਾਬ ਦੇ ਕਲਾਨੌਰ ਨਾਮਕ ਸਥਾਨ ਤੇ ਹੋਇਆ। ਉਸਨੇ 1560 ਈਸਵੀ ਤੱਕ ਬੈਰਮ ਖਾਂ ਦੀ ਦੇਖ ਰੇਖ ਵਿੱਚ ਸ਼ਾਸਨ ਕੀਤਾ। ਰਾਜ ਗੱਦੀ ਤੇ ਬੈਠਦੇ ਹੀ ਬੈਰਮ ਖਾਂ ਦੀ ਸਹਾਇਤਾ ਨਾਲ 1556 ਵਿੱਚ ਪਾਣੀਪਤ ਦੇ ਦੂਜੇ ਯੁੱਧ ਵਿੱਚ ਹੇਮੂ ਵਿਕਰਮਾਦਿੱਤਿਆ ਨੂੰ ਹਰਾਇਆ। ਅਕਬਰ ਨੇ ਬੈਰਮ ਖਾਂ ਦੀ ਸੇਵਾ ਤੋਂ ਮੁਕਤ ਹੋ ਕੇ 1561 ਈਸਵੀ ਵਿੱਚ ਪਹਿਲੇ ਸੈਨਿਕ ਅਭਿਆਨ ਵਿੱਚ ਮਾਲਵਾ ਦੇ ਸ਼ਾਸਕ ਬਾਜ ਬਹਾਦਰ ਨੂੰ ਹਰਾਇਆ। 1576 ਵਿੱਚ ਹਲਦੀ ਘਾਟੀ ਦੇ ਪ੍ਰਸਿੱਧ ਯੁੱਧ ਵਿੱਚ ਅਕਬਰ ਦੀ ਸੈਨਾਪਤੀ ਰਾਜਾ ਮਾਨ ਸਿੰਘ ਨੇ ਮੇਵਾੜ ਦੇ ਸ਼ਾਸਕ ਮਹਾਰਾਣਾ ਪ੍ਰਤਾਪ ਨੂੰ ਹਰਾਇਆ। ਅਕਬਰ ਨੇ ਆਗਰਾ ਤੋਂ ਕੁਝ ਦੂਰੀ ਤੇ 1575 ਈਸਵੀ ਵਿੱਚ ਫਤਿਹਪੁਰ ਸੀਕਰੀ ਨਾਮਕ ਨਗਰ ਦੀ ਸਥਾਪਨਾ ਕੀਤੀ। ਉਸ ਵਿੱਚ ਦਾਖਲੇ ਲਈ ਬੁਲੰਦ ਦਰਵਾਜ਼ਾ ਬਣਵਾਇਆ। ਬੁਲੰਦ ਦਰਵਾਜ਼ਾ ਅਕਬਰ ਦੇ ਗੁਜਰਾਤ ਜਿੱਤਣ ਦੀ ਯਾਦ ਵਿੱਚ ਬਣਵਾਇਆ ਗਿਆ ਸੀ। ਅਕਬਰ ਨੇ ਸਭ ਧਰਮਾਂ ਦੇ ਉੱਚ ਸਿਧਾਂਤਾਂ ਨੂੰ ਲੈ ਕੇ ਦੀਨੇ ਇਲਾਹੀ ਨਾਮਕ ਨਵੇਂ ਧਰਮ ਦੀ ਸਥਾਪਨਾ ਕੀਤੀ,
ਦੀਨੇ ਇਲਾਹੀ ਨੂੰ ਸਵੀਕਾਰ ਕਰਨ ਵਾਲਾ ਸਭ ਤੋਂ ਪਹਿਲਾ ਤੇ ਆਖਰੀ ਹਿੰਦੂ ਸ਼ਾਸਕ ਬੀਰਬਲ ਸੀ। ਜਹਾਂਗੀਰ ਦਾ ਬਚਪਨ ਦਾ ਨਾਮ ਸਲੀਮ ਸੀ। ਅਕਬਰ ਦੇ ਉੱਤਰਾਧਿਕਾਰੀ ਦੇ ਰੂਪ ਵਿੱਚ ਨਵੰਬਰ 1605 ਈਸਵੀ ਨੂੰ ਨੂਰੁਦੀਨ ਮੁਹੰਮਦ ਜਹਾਂਗੀਰ ਬਾਦਸ਼ਾਹ ਗਾਜ਼ੀ ਦੀ ਉਪਾਧੀ ਧਾਰਨ ਕਰਕੇ ਗੱਦੀ ਉੱਤੇ ਬੈਠਿਆ। ਰਾਜਗੱਦੀ ਉੱਤੇ ਬੈਠਦੇ ਹੀ ਜਹਾਂਗੀਰ ਨੂੰ ਆਪਣੇ ਵੱਡੇ ਪੁੱਤਰ ਖੁਸਰੋ ਦੇ ਵਿਦਰੋਹ ਦਾ ਸਾਹਮਣਾ ਕਰਨਾ ਪਿਆ। ਜਹਾਂਗੀਰ ਨੇ ਉਸ ਨੂੰ ਫੜ ਕੇ ਅੰਨਾ ਕਰ ਦਿੱਤਾ। ਸਿੱਖਾਂ ਦੇ ਪੰਜਵੇਂ ਗੁਰੂ ਅਰਜਨ ਦੇਵ ਜੀ ਨੂੰ ਸਾਹਿਬਜ਼ਾਦੇ ਖੁਸਰੋ ਦੀ ਸਹਾਇਤਾ ਕਰਨ ਦੇ ਕਾਰਨ ਜਹਾਂਗੀਰ ਨੇ ਸ਼ਹੀਦ ਕਰਵਾ ਦਿੱਤਾ। ਜਹਾਂਗੀਰ ਨੇ ਦੇ ਸ਼ਾਸਨ ਕਾਲ ਵਿੱਚ ਮੁਗਲ ਚਿੱਤਰ ਕਲਾ ਕਾਫੀ ਉੱਤਮ ਸੀ। ਅੱਗੇ ਸ਼ਾਹਜਹਾਂ ਹੈ। ਜਹਾਂਗੀਰ ਦੇ ਬਾਅਦ ਉਸਦਾ ਪੁੱਤਰ ਸ਼ਾਹਜਹਾਂ ਮੁਗਲ ਰਾਜਗੱਦੀ ਤੇ ਬੈਠਿਆ। ਸ਼ਾਹਜਹਾਂ ਖੁਰਮ ਦਾ ਵਿਆਹ ਆਸਫ ਖਾਨ ਦੀ ਪੁੱਤਰੀ ਆਰਜੂ ਸੰਦਵਾਨੋ ਬੇਗਮ ਨਾਲ ਹੋਇਆ, ਜਿਸ ਨੂੰ ਸ਼ਾਹਜਹਾਂ ਨੇ ਮਲਿਕਾਏ ਜਾਮਾਨੀ ਦੀ ਉਪਾਧੀ ਪ੍ਰਦਾਨ ਕੀਤੀ। ਸ਼ਾਹਜਹਾਂ ਨੇ ਦਿੱਲੀ ਦੇ ਨੇੜੇ ਸ਼ਾਹਜਹਾਨਾਬਾਦ ਨਗਰ ਦੀ ਸਥਾਪਨਾ ਕੀਤੀ। ਰਾਜਧਾਨੀ ਆਗਰਾ ਨੂੰ ਇਸ ਸਥਾਨ ਤੇ ਵਸਾਇਆ। ਇਸ ਨੂੰ ਅੱਜ ਕੱਲ੍ਹ ਪੁਰਾਣੀ ਦਿੱਲੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਵਿੱਚ ਉਸਨੇ ਦੁਰਗ ਦਾ ਨਿਰਮਾਣ ਕਰਵਾਇਆ, ਜਿਸ ਨੂੰ ਲਾਲ ਕਿਲਾ ਜਾਂ ਕਿਲਾ ਮੁਬਾਰਕ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉਸਨੇ ਇਸ ਕਿਲੇ ਵਿੱਚ ਦੀਵਾਨੇ ਆਮ ਦੀਵਾਨੇ ਖਾਸ ਦਾ ਨਿਰਮਾਣ ਕਰਵਾਇਆ। ਉਸਨੇ ਆਪ ਆਪਣਾ ਤੇ ਬੇਗਮ ਮੁਮਤਾਜ਼ ਮਹਿਲ ਦਾ ਮਕਬਰਾ ਆਗਰਾ ਵਿੱਚ ਬਣਾਇਆ, ਜੋ ਤਾਜ ਮਹਿਲ ਦੇ ਨਾਮ ਨਾਲ ਪ੍ਰਸਿੱਧ ਹੈ। ਔਰੰਗਜ਼ੇਬ ਸ਼ਾਹਜਹਾਂ ਤੋਂ ਬਾਅਦ ਔਰੰਗਜ਼ੇਬ ਰਾਜਗੱਦੀ ਤੇ ਬੈਠਿਆ। ਉਹ ਸੁੰਨੀ ਧਰਮ ਨੂੰ ਮੰਨਦਾ ਸੀ। ਉਸਨੇ ਝਰੋਖਾ ਦਰਸ਼ਨ ਦੀ ਪ੍ਰਥਾ ਨਵਰੋਜ਼ ਮਨਸਣ ਉੱਤੇ ਰੋਕ ਲਗਾ ਦਿੱਤੀ। ਔਰੰਗਜ਼ੇਬ ਨੇ ਹਿੰਦੂ ਤਿਉਹਾਰਾਂ ਨੂੰ ਸਰਵਜਨਕ ਰੂਪ ਵਿੱਚ ਮਨਾਏ ਜਾਣ ਤੇ ਰੋਕ ਲਗਾ ਦਿੱਤੀ। ਉਸਨੇ ਰਾਜ ਵਿੱਚ ਸਰਵਜਨਕ ਰੂਪ ਨਾਲ ਨ੍ਰਿਤ ਤੇ ਸੰਗੀਤ ਉੱਤੇ ਵੀ ਪਾਬੰਦੀ ਲਗਾ ਦਿੱਤੀ। ਔਰੰਗਜ਼ੇਬ ਦੇ ਸਮੇਂ ਵਿੱਚ ਮੁਗਲ ਸਾਮਰਾਜ ਦਾ ਖੇਤਰ ਦੀ ਨਜ਼ਰ ਵਿੱਚ ਚਰਮ ਸੀਮਾ ਤੇ ਸੀ। ਉਹ ਕਾਬਲ ਤੋਂ ਲੈ ਕੇ ਚਟਗਾਉਂ ਤੱਕ, ਕਸ਼ਮੀਰ ਤੋਂ ਲੈ ਕੇ ਕਾਵੇਰੀ ਨਦੀ ਤੱਕ ਫੈਲਿਆ ਹੋਇਆ ਸੀ। 1707 ਈਸਵੀ ਵਿੱਚ ਔਰੰਗਜ਼ੇਬ ਦੀ ਮੌਤ ਹੋ ਗਈ। ਉਸਦਾ ਮਕਬਰਾ ਔਰੰਗਾਬਾਦ ਵਿੱਚ ਸਥਿਤ ਹੈ। ਔਰੰਗਜ਼ੇਬ ਦੇ ਬਾਅਦ ਅਨੇਕ ਮੁਗਲ ਸ਼ਾਸਕਾਂ ਨੇ ਰਾਜ ਕੀਤਾ। ਆਖਰੀ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਦੂਜਾ ਸੀ। ਮੁਗਲ ਸਾਮਰਾਜ ਤੇ ਪਰਵਰਤੀ ਮੁਗਲਾਂ ਦੀ ਸੰਕਟ ਦੀ ਸਥਿਤੀ। ਅਸੀਂ ਦੇਖਦੇ ਹਾਂ ਕਿ ਮੁਗਲ ਸਾਮਰਾਜ ਆਪਣੀ ਸਫਲਤਾ ਦੀ ਉਚਾਈ ਕਿਸ ਤਰ੍ਹਾਂ ਨਾਲ ਪਹੁੰਚਿਆ ਸੀ। ਫਿਰ 17ਵੀਂ ਸ਼ਤਾਬਦੀ ਦੇ ਅੰਤ ਸਾਲਾਂ ਵਿੱਚ ਉਸਦੇ ਸਾਹਮਣੇ ਕਿਸ ਤਰ੍ਹਾਂ ਦੇ ਸੰਕਟ ਖੜੇ ਹੋਣ ਲੱਗੇ। ਅਜਿਹਾ ਕਈ ਕਾਰਨਾਂ ਕਰਕੇ ਹੋਇਆ। ਬਾਦਸ਼ਾਹ ਔਰੰਗਜ਼ੇਬ ਨੇ ਦੱਖਣ ਵਿੱਚ 1679 ਈਸਵੀ ਤੋਂ ਲੰਬੀ ਲੜਾਈ ਲੜਦੇ ਹੋਏ ਸਾਮਰਾਜ ਦੇ ਸੈਨਿਕ ਤੇ ਵਿੱਤੀ ਸੰਸਾਧਨਾਂ ਨੂੰ ਬਹੁਤ ਜ਼ਿਆਦਾ ਖਰਚ ਦਿੱਤਾ ਸੀ। ਔਰੰਗਜ਼ੇਬ ਨੇ ਉੱਤਰਾਧਿਕਾਰੀਆਂ ਦੇ ਸ਼ਾਸਨ ਕਾਲ ਵਿੱਚ ਸਾਮਰਾਜ ਦੇ ਪ੍ਰਸ਼ਾਸਨ ਦੀ ਕਾਰਜਕੁਸ਼ਲਤਾ ਸਮਾਪਤ ਹੋਣ ਲੱਗੀ ਅਤੇ ਮਨਸਬਦਾਰਾਂ ਦੇ ਸ਼ਕਤੀਸ਼ਾਲੀ ਵਰਗਾਂ ਨੂੰ ਵਸ਼ ਵਿੱਚ ਕਰਨਾ ਕੇਂਦਰੀ ਸੱਤਾ ਦੇ ਲਈ ਕਠਿਨ ਹੋ ਗਿਆ। ਸੂਬੇਦਾਰਾਂ ਦੇ ਰੂਪ ਵਿੱਚ ਨਿਯੁਕਤ ਅਭਿਜਾਤ ਅਕਸਰ ਰਾਜ ਸਭਾ ਤੇ ਸੈਨਿਕ ਪ੍ਰਸ਼ਾਸਨ, ਦੀਵਾਨੀ ਤੇ ਫੌਜਦਾਰੀ ਦੀ ਦੋਨੋਂ ਦਫ਼ਤਰਾਂ ਦੇ ਨਿਯੰਤਰਣ ਰੱਖਦੇ ਸਨ। ਇਸ ਨਾਲ ਮੁਗਲ ਸਾਮਰਾਜ ਦੇ ਵਿਸ਼ਾਲ ਖੇਤਰਾਂ ਤੇ ਉਹਨਾਂ ਨੂੰ ਵਿਸਤ੍ਰਿਤ ਰਾਜਨੀਤਿਕ, ਆਰਥਿਕ, ਸੈਨਿਕ ਸ਼ਕਤੀਆਂ ਮਿਲ ਗਈਆਂ। ਜਿਵੇਂ ਜਿਵੇਂ ਸੂਬੇਦਾਰਾਂ ਨੇ ਪ੍ਰਾਂਤ 'ਤੇ ਆਪਣਾ ਨਿਯੰਤਰਣ ਪੱਕਾ ਕੀਤਾ, ਰਾਜਧਾਨੀ ਵਿੱਚ ਪਹੁੰਚਣ ਵਾਲੇ ਰਾਜਸਵ ਦੀ ਮਾਤਰਾ ਵਿੱਚ ਕਮੀ ਆਉਂਦੀ ਗਈ। ਉੱਤਰੀ ਤੇ ਪੱਛਮੀ ਭਾਰਤ ਦੇ ਅਨੇਕ ਹਿੱਸਿਆਂ ਵਿੱਚ ਹੋਏ ਜ਼ਮੀਂਦਾਰਾਂ ਅਤੇ ਕਿਸਾਨਾਂ ਦੇ ਵਿਦਰੋਹ ਕਾਰਨ, ਕਿਸਾਨ ਅੰਦੋਲਨਾਂ ਕਾਰਨ ਇਹਨਾਂ ਸਮੱਸਿਆਵਾਂ ਨੂੰ ਹੋਰ ਗੰਭੀਰ ਬਣਾ ਦਿੱਤਾ। ਕਦੀ ਕਦੀ ਇਹ ਵਿਦਰੋਹ ਵੱਧਦੇ ਹੋਏ ਟੈਕਸਾਂ ਦੇ ਭਾਰ ਦੇ ਵਿਰੁੱਧ ਕੀਤੇ ਗਏ ਸਨ ਅਤੇ ਕਦੀ ਕਦੀ ਇਹ ਸ਼ਕਤੀਸ਼ਾਲੀ ਸਰਦਾਰਾਂ ਦੁਆਰਾ ਆਪਣੀ ਸਥਿਤੀ ਨੂੰ ਪੱਕਾ ਕਰਨ ਲਈ ਕੋਸ਼ਿਸ਼ਾਂ ਸਨ। ਅਤੀਤ ਵਿੱਚ ਵੀ ਵਿਦਰੋਹੀ ਸਮੂਹਾਂ ਦਾ ਮੁਗਲ ਸੱਤਾ ਨੂੰ ਵਿਦਰੋਹੀ ਸਮੂਹਾਂ ਨੇ ਮੁਗਲ ਸੱਤਾ ਨੂੰ ਚੁਣੌਤੀ ਦਿੱਤੀ, ਪਰੰਤੂ ਹੁਣ ਅਜਿਹੇ ਸਮੂਹਾਂ ਦੇ ਖੇਤਰ ਨੇ ਆਰਥਿਕ ਸੰਸਾਧਨਾਂ ਦਾ ਪ੍ਰਯੋਗ ਕਰਕੇ ਆਪਣੀਆਂ ਸਥਿਤੀਆਂ ਨੂੰ ਮਜ਼ਬੂਤ ਕਰਨ ਲਈ ਕੀਤਾ, ਜਿਸ ਤਰ੍ਹਾਂ ਨਾਲ ਹੌਲੀ ਹੌਲੀ ਰਾਜਨੀਤਿਕ ਤੇ ਆਰਥਿਕ ਸੱਤਾ ਪ੍ਰਾਂਤਕ ਸੂਬੇਦਾਰਾਂ, ਸਥਾਨਿਕ ਸਰਦਾਰਾਂ ਤੋਂ
ਤੇ ਹੋਰ ਸਮੂਹਾਂ ਦੇ ਹੱਥਾਂ ਵਿੱਚ ਆ ਰਹੀ ਸੀ। ਔਰੰਗਜ਼ੇਬ ਦੇ ਉੱਤਰਾਧਿਕਾਰੀ ਇਸ ਵਿੱਚ ਬਦਲਾਅ ਚਾਹੁੰਦੇ ਸਨ। ਇਸ ਆਰਥਿਕ ਤੇ ਰਾਜਨੀਤਿਕ ਸੰਕਟ ਦੇ ਵਿਚਾਰ ਈਰਾਨ ਦੇ ਸ਼ਾਸਕ ਨਾਦਰ ਸ਼ਾਹ ਨੇ 1739 ਈਸਵੀ ਵਿੱਚ ਦਿੱਲੀ ਤੇ ਆਕਰਮਣ ਕਰ ਦਿੱਤਾ। ਸੰਪੂਰਨ ਨਗਰ ਨੂੰ ਲੁੱਟ ਕੇ ਉਹ ਭਾਰੀ ਮਾਤਰਾ ਵਿੱਚ ਧਨ ਦੌਲਤ ਲੈ ਗਿਆ। ਨਾਦਰ ਸ਼ਾਹ ਦੇ ਆਕਰਮਣ ਬਾਅਦ ਅਫਗਾਨ ਸ਼ਾਸਕ ਅਹਿਮਦ ਸ਼ਾਹ ਅਬਦਾਲੀ ਦੇ ਆਕਰਮਣਾਂ ਦਾ ਤਾਂਤਾ ਲੱਗ ਗਿਆ। ਉਸਨੇ ਤਾਂ 1748 ਈਸਵੀ ਤੋਂ ਲੈ ਕੇ 1761 ਈਸਵੀ ਦੇ ਵਿਚਕਾਰ 5 ਵਾਰ ਉੱਤਰੀ ਭਾਰਤ ਤੇ ਆਕਰਮਣ ਕੀਤਾ ਤੇ ਲੁੱਟਮਾਰ ਮਚਾਈ। ਨਵੇਂ ਰਾਜ ਮੁਗਲ ਸਮਰਾਟਾਂ ਦੀ ਸੱਤਾ ਦੇ ਪਤਨ ਦੇ ਨਾਲ ਵੱਡੇ ਪ੍ਰਾਂਤਾਂ ਦੇ ਸੂਬੇਦਾਰਾਂ ਅਤੇ ਵੱਡੇ ਜ਼ਮੀਂਦਾਰਾਂ ਨੇ ਉਪ ਮਹਾਦੀਪ ਦੇ ਭਿੰਨ-ਭਿੰਨ ਭਾਗਾਂ ਵਿੱਚ ਆਪਣੀ ਸ਼ਕਤੀ ਹੋਰ ਪ੍ਰਬਲ ਬਣਾ ਲਈ। 18ਵੀਂ ਸ਼ਤਾਬਦੀ ਦੇ ਦੌਰਾਨ ਮੁਗਲ ਸਾਮਰਾਜ ਹੌਲੀ-ਹੌਲੀ ਕਈ ਸੁਤੰਤਰ ਖੇਤਰੀ ਰਾਜਾਂ ਵਿੱਚ ਬਿਖਰ ਗਿਆ। ਮੋਟੇ ਤੌਰ 'ਤੇ 18ਵੀਂ ਸ਼ਤਾਬਦੀ ਦੇ ਰਾਜਾਂ ਨੂੰ 3 ਪਰਸਪਰ ਵਿਆਪੀ ਸਮੂਹਾਂ ਵਿੱਚ ਵੰਡਿਆ ਗਿਆ। ਨੰਬਰ 1 ਹੈਗਾ ਅਵਧ, ਬੰਗਾਲ ਤੇ ਹੈਦਰਾਬਾਦ ਵਰਗੇ ਉਹ ਰਾਜ ਜੋ ਪਹਿਲਾਂ ਮੁਗਲ ਪ੍ਰਾਂਤ ਸਨ। ਹਾਲਾਂਕਿ ਇਹਨਾਂ ਰਾਜਾਂ ਦੇ ਸ਼ਾਸਕ ਅਤੇ ਅਤੀ ਸ਼ਕਤੀਸ਼ਾਲੀ ਸਨ ਅਤੇ ਕਾਫੀ ਹੱਦ ਤੱਕ ਸੁਤੰਤਰ ਸਨ। ਉਹਨਾਂ ਨੇ ਮੁਗਲ ਬਾਦਸ਼ਾਹ ਤੋਂ ਉਪਚਾਰਿਕ ਤੌਰ 'ਤੇ ਆਪਣੇ ਸੰਬੰਧ ਨਹੀਂ ਤੋੜੇ। ਨੰਬਰ 2 ਅਜਿਹੇ ਰਾਜ ਜੋ ਮੁਗਲਾਂ ਦੇ ਪੁਰਾਣੇ ਸ਼ਾਸਨ ਕਾਲ ਵਿੱਚ ਵਤਨ ਜਾਗੀਰਾਂ ਦੇ ਰੂਪ ਵਿੱਚ ਕਾਫੀ ਸੁਤੰਤਰ ਸਨ। ਇਹਨਾਂ ਵਿੱਚ ਕਈ ਰਾਜਪੂਤ ਪ੍ਰਦੇਸ਼ ਵਿੱਚ ਸ਼ਾਮਲ ਸਨ। ਤੀਸਰਾ ਹੈਗਾ ਤੀਸਰੀ ਸ਼੍ਰੇਣੀ ਵਿੱਚ ਮਰਾਠਿਆਂ, ਸਿੱਖਾਂ, ਜਾਟਾਂ ਤੇ ਰਾਜ ਆਉਂਦੇ ਹਨ। ਇਹ ਭਿੰਨ-ਭਿੰਨ ਆਕਾਰ ਦੇ ਸਨ ਤੇ ਇਹਨਾਂ ਦੇ ਕੜੇ ਤੇ ਲੰਬੇ ਹਥਿਆਰਬੰਦ ਸੰਘਰਸ਼ ਤੋਂ ਬਾਅਦ ਮੁਗਲਾਂ ਤੋਂ ਸੁਤੰਤਰਤਾ ਖੋਹ ਲਈ ਸੀ। ਤਾਂ ਇੱਥੇ 3 ਤਰ੍ਹਾਂ ਦੇ ਜਿਹੜੇ ਰਾਜ ਨੇ ਉਹਨਾਂ ਦੀ ਗੱਲ ਕੀਤੀ ਗਈ ਆ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਪੁਰਾਣੇ ਮੁਗਲ ਪ੍ਰਾਂਤ ਦੀ। ਪੁਰਾਣੇ ਮੁਗਲ ਪ੍ਰਾਂਤਾਂ ਤੋਂ ਜਿਨ੍ਹਾਂ ਉੱਤਰਾਧਿਕਾਰੀ ਰਾਜਾਂ ਦਾ ਉਦੈ ਹੋਇਆ, ਉਹਨਾਂ ਵਿੱਚੋਂ 3 ਪ੍ਰਮੁੱਖ ਸਨ, ਅਵਧ, ਬੰਗਾਲ ਤੇ ਹੈਦਰਾਬਾਦ। ਇਹਨਾਂ ਤਿੰਨਾਂ ਹੀ ਰਾਜ ਦੇ ਉੱਚ ਮੁਗਲ ਵਿਜਾਤਾਂ ਦੁਆਰਾ ਸਥਾਪਿਤ ਕੀਤੇ ਗਏ। ਇਹਨਾਂ ਤਿੰਨਾਂ ਰਾਜਾਂ ਦੇ ਸੰਸਥਾਪਕ ਸਿਆਦਤ ਖਾਨ ਅਵਧ, ਮਰਸ਼ੀਦ ਕੁਲੀ ਖਾਨ ਬੰਗਾਲ ਅਤੇ ਆਸਫ ਸ਼ਾਹ ਹੈਦਰਾਬਾਦ ਅਜਿਹੇ ਵਿਅਕਤੀ ਸਨ ਜਿਨ੍ਹਾਂ ਦਾ ਮੁਗਲ ਦਰਬਾਰ ਵਿੱਚ ਉੱਚਾ ਸਥਾਨ ਸੀ। ਮੁਗਲ ਬਾਦਸ਼ਾਹ ਨੂੰ ਉਹਨਾਂ ਤੇ ਭਰੋਸਾ ਤੇ ਵਿਸ਼ਵਾਸ ਸੀ। ਆਸਫ ਸ਼ਾਹ, ਮੁਰਸ਼ੀਦ ਕੁਲੀ ਖਾਨ ਦੋਨਾਂ ਨੇ 7-7 ਹਜ਼ਾਰ ਜਾਤ ਦਾ ਦਰਜਾ ਮਿਲਿਆ ਹੋਇਆ ਸੀ, ਜਦਕਿ ਸਿਆਦਤ ਖਾਨ ਦੀ ਜਾਤ ਦਾ ਦਰਜਾ 6000 ਸੀ। ਹੈਦਰਾਬਾਦ ਨਿਜ਼ਾਮੁਦੀਨ ਮੁਲਕ ਆਸਫ ਸ਼ਾਹ 1724 ਤੋਂ 1748 ਨੂੰ ਹੈਦਰਾਬਾਦ ਰਾਜ ਦੀ ਸਥਾਪਨਾ ਕੀਤੀ। ਮੁਗਲ ਬਾਦਸ਼ਾਹ ਫਰਰਖਸ਼ੀਰ ਦੇ ਦਰਬਾਰ ਦਾ ਇੱਕ ਅਤਿਅੰਤ ਸ਼ਕਤੀਸ਼ਾਲੀ ਮੈਂਬਰ ਸੀ। ਉਸ ਨੂੰ ਆਪਣੇ ਸਭ ਤੋਂ ਪਹਿਲਾਂ ਅਵਧ ਦੀ ਸੂਬੇਦਾਰੀ ਸੌਂਪੀ ਗਈ। ਬਾਅਦ ਵਿੱਚ ਉਸ ਨੂੰ ਦੱਖਣ ਦਾ ਕਾਰਜਭਾਰ ਦੇ ਦਿੱਤਾ ਗਿਆ। 1720 ਤੋਂ ਲੈ ਕੇ 22 ਈਸਵੀ ਦੇ ਮੱਧ ਹੀ ਦੱਖਣ ਪ੍ਰਾਂਤਾਂ ਦਾ ਸੂਬੇਦਾਰ ਹੋਣ ਦੀ ਵਜ੍ਹਾ ਨਾਲ ਆਸਫ ਜਾਹ ਦੇ ਕੋਲ ਪਹਿਲਾਂ ਨਾਲੋਂ ਰਾਜਨੀਤਿਕ ਤੇ ਵਿੱਤੀ ਪ੍ਰਸ਼ਾਸਨ ਦਾ ਪੂਰਾ ਨਿਯੰਤਰਣ ਜਿਹੜਾ ਸੀਗਾ ਉਹ ਆ ਗਿਆ। ਦੱਖਣ ਵਿੱਚ ਹੋਣ ਵਾਲੇ ਉਪਦਰਵਾਂ ਦੇ ਮੁਗਲ ਦਰਬਾਰ ਵਿੱਚ ਚੱਲ ਰਹੇ ਮੁਕਾਬਲੇ ਦਾ ਫਾਇਦਾ ਉਠਾ ਕੇ ਉਸਨੇ ਸੱਤਾ ਹਥਿਆ ਲਈ। ਆਸਫ ਜਾਹ ਆਪਣੇ ਲਈ ਕੁਸ਼ਲ ਸੈਨਿਕਾਂ ਤੇ ਪ੍ਰਸ਼ਾਸਕਾਂ ਨੂੰ ਉੱਤਰੀ ਭਾਰਤ ਤੋਂ ਲਿਆਇਆ ਸੀ। ਉਹ ਦੱਖਣ ਵਿੱਚ ਨਵੇਂ ਮੌਕੇ ਪਾ ਕੇ ਖੁਸ਼ ਸਨ। ਉਸਨੇ ਮਨਸਬਦਾਰ ਨਿਯੁਕਤ ਕੀਤੇ, ਇਹਨਾਂ ਨੂੰ ਜਗੀਰਾਂ ਪ੍ਰਦਾਨ ਕੀਤੀਆਂ। ਹਾਲਾਂਕਿ ਉਹ ਹੁਣ ਵੀ ਮੁਗਲ ਸਮਰਾਟ ਦਾ ਸੇਵਕ ਸੀ, ਫਿਰ ਵੀ ਉਹ ਕਾਫੀ ਆਜ਼ਾਦੀ ਨਾਲ ਸ਼ਾਸਨ ਚਲਾਉਂਦਾ ਸੀ। ਨਾ ਤਾਂ ਉਹ ਦਿੱਲੀ ਤੋਂ ਕੋਈ ਨਿਰਦੇਸ਼ ਲੈਂਦਾ ਸੀ ਤੇ ਨਾ ਹੀ ਦਿੱਲੀ ਉਸਦੇ ਕੰਮਕਾਜ ਵਿੱਚ ਕੋਈ ਦਖਲ ਅੰਦਾਜ਼ੀ ਕਰਦੀ ਸੀ। ਮੁਗਲ ਬਾਦਸ਼ਾਹ
ਕੇਵਲ ਨਿਜ਼ਾਮ ਉਲ ਮੁਲਕ ਆਸਫ ਜਾਹ ਦੁਆਰਾ ਪਹਿਲਾਂ ਤੋਂ ਲੈ ਕੇ ਨਿਰਣੇ ਦੀ ਪੁਸ਼ਟੀ ਕਰ ਦਿੰਦੇ ਸਨ। ਹੈਦਰਾਬਾਦ ਰਾਜ ਆ ਜਿਹੜਾ ਉਹ ਪੱਛਮ ਦੇ ਵੱਲ ਮਰਾਠਿਆਂ ਦੇ ਵਿਰੁੱਧ ਅਤੇ ਪਠਾਰੀ ਖੇਤਰ ਦੇ ਸੁਤੰਤਰ ਤੇਲਗੂ ਸੈਨਾਇਕਾਂ ਦੇ ਯੁੱਧ ਕਾਰਨ ਸਦਾ ਰੁੱਝਿਆ ਰਹਿੰਦਾ ਸੀ। ਪੂਰਬ ਦਿਸ਼ਾ ਵਿੱਚ ਨਿਜ਼ਾਮੁਲਦੀਨ ਮੁਲਕ ਆਸਫ ਸ਼ਾਹ ਕੋਰੋਮੰਡਲ ਤੱਟ ਦੇ ਉੱਤੇ ਕੱਪੜਾ ਉਤਪਾਦਕ ਧਨ ਸੰਪੰਨ ਖੇਤਰ 'ਤੇ ਆਪਣਾ ਨਿਯੰਤਰਣ ਪ੍ਰਾਪਤ ਕਰਨ ਦੀ ਇੱਛਾ ਰੱਖਦੇ ਸਨ। ਇਸ ਇੱਛਾ ਦੇ ਉੱਤੇ ਉਸ ਖੇਤਰ ਵਿੱਚ ਬ੍ਰਿਟਿਸ਼ ਸ਼ਕਤੀ ਮੌਜੂਦਗੀ ਦੇ ਕਾਰਨ ਰੋਕ ਲੱਗ ਗਈ। ਅੱਗੇ ਹੈਗਾ ਅਵਧ। ਬੁਰਹਾਨ ਉਲ ਮੁਲਕ ਸਿਆਦਤ ਖਾਨ ਨੂੰ 1722 ਈਸਵੀ ਵਿੱਚ ਅਵਧ ਦਾ ਸੂਬੇਦਾਰ ਨਿਯੁਕਤ ਕੀਤਾ ਗਿਆ। ਮੁਗਲ ਸਮਰਾਜ ਦਾ ਵਿਘਟਨ ਹੋਣ 'ਤੇ ਜੋ ਰਾਜ ਬਣ ਗਏ ਉਹਨਾਂ ਵਿੱਚ ਇਹ ਰਾਜ ਸਭ ਤੋਂ ਮਹੱਤਵਪੂਰਨ ਰਾਜਾਂ ਵਿੱਚੋਂ ਇੱਕ ਹੈ। ਅਵਧ ਖੁਸ਼ਹਾਲ ਪ੍ਰਦੇਸ਼ ਹੈ ਜੋ ਗੰਗਾ ਨਦੀ ਦੇ ਕਿਨਾਰੇ ਉਪਜਾਊ ਮੈਦਾਨ ਵਿੱਚ ਫੈਲਿਆ ਹੋਇਆ ਹੈ। ਉੱਤਰੀ ਭਾਰਤ ਤੇ ਬੰਗਾਲ ਦੇ ਵਿੱਚ ਵਪਾਰ ਦਾ ਮੁੱਖ ਮਾਰਗ ਉਸੇ ਵਿੱਚੋਂ ਹੋ ਕੇ ਗੁਜ਼ਰਦਾ ਹੈ। ਬੁਰਹਾਨ ਉਲ ਮੁਲਕ ਨੇ ਵੀ ਅਵਧ ਦੀ ਸੂਬੇਦਾਰੀ, ਦੀਵਾਨੀ ਅਤੇ ਫੌਜਦਾਰੀ ਇਕੱਠੇ ਆਪਣੇ ਹੱਥ ਵਿੱਚ ਲੈ ਲਏ। ਸੂਬੇ ਦੇ ਰਾਜਨੀਤਿਕ, ਵਿੱਤੀ ਤੇ ਸੈਨਿਕ ਮਾਮਲਿਆਂ ਦਾ ਇਕਮਾਤਰ ਕਰਤਾ ਧਰਤਾ ਬਣ ਗਿਆ। ਉਸ ਤੋਂ ਬਾਅਦ ਹੈਗਾ ਬੁਰਹਾਨ ਉਲ ਮਲਿਕ ਨੇ ਅਵਧ ਦੇ ਖੇਤਰ ਵਿੱਚ ਮੁਗਲ ਪ੍ਰਭਾਵ ਘੱਟ ਕਰਨ ਦੀ ਕੋਸ਼ਿਸ਼ ਦੇ ਚੱਲਦੇ ਮੁਗਲਾਂ ਦੁਆਰਾ ਨਿਯੁਕਤ ਅਧਿਕਾਰੀਆਂ ਦੀ ਸੰਖਿਆ ਵਿੱਚ ਕਟੌਤੀ ਕਰ ਦਿੱਤੀ। ਉਸਨੇ ਜਾਗੀਰਾਂ ਦੇ ਆਕਾਰ ਵਿੱਚ ਵੀ ਕਟੌਤੀ ਕੀਤੀ। ਖਾਲੀ ਸਥਾਨਾਂ ਦੇ ਉੱਤੇ ਆਪਣੇ ਸ਼ਰਧਾਵਾਨ ਸੇਵਕਾਂ ਨੂੰ ਨਿਯੁਕਤ ਕੀਤਾ। ਧੋਖਾਧੜੀ ਨੂੰ ਰੋਕਣ ਲਈ ਆਪਣੀ ਜਾਗੀਰ ਅਧਿਕਾਰੀਆਂ ਦੇ ਖਾਤਿਆਂ ਤੇ ਲੇਖਿਆਂ ਦੀ ਜਾਂਚ ਕੀਤੀ। ਨਵਾਬ ਦੇ ਦਰਬਾਰ ਦੁਆਰਾ ਨਿਯੁਕਤ ਅਧਿਕਾਰੀ ਦੁਆਰਾ ਸਾਰੇ ਜ਼ਿਲ੍ਹਿਆਂ ਦੇ ਰਾਜਸਭ ਤੇ ਫਿਰ ਤੋਂ ਨਿਰਧਾਰਨ ਕੀਤਾ ਗਿਆ। ਉਸਨੇ ਅਨੇਕ ਰਾਜਪੂਤ ਜ਼ਿਮੀਂਦਾਰ ਅਤੇ ਬੁਹੇਲਖੰਡ ਦੇ ਅਫਗਾਨਾਂ ਦੀ ਉਪਜਾਊ ਖੇਤੀ ਭੂਮੀਆਂ ਨੂੰ ਆਪਣੇ ਰਾਜ ਵਿੱਚ ਮਿਲਾ ਲਿਆ। ਰਾਜ ਕਰਜ਼ਾ ਪ੍ਰਾਪਤ ਕਰਨ ਲਈ ਸਥਾਨਿਕ ਸੇਠ ਸਾਹੂਕਾਰਾਂ ਮਹਾਜਨਾਂ 'ਤੇ ਨਿਰਭਰ ਰਹਿੰਦਾ ਸੀ। ਰਾਜ ਰਾਜਸਭ ਦਾ ਠੇਕਾ ਸਭ ਤੋਂ ਉੱਚੀ ਥੈਲੀ ਲਗਾਉਣ ਵਾਲੇ ਇਜਾਰੇਦਾਰ ਨੂੰ ਦਿੰਦਾ ਸੀ। ਇਜਾਰੇਦਾਰ ਰਾਜ ਨੂੰ ਇੱਕ ਨਿਸ਼ਚਿਤ ਰਕਮ ਦਾ ਭੁਗਤਾਨ ਕਰਦੇ ਸਨ। ਸਥਾਨਕ ਸਾਹੂਕਾਰ ਰਾਜ ਨੂੰ ਠੇਕੇ ਦੀ ਸਿਸਟਮ ਇਸ ਭੁਗਤਾਨ ਦੀ ਗਾਰੰਟੀ ਦਿੰਦੇ ਸਨ। ਦੂਸਰੇ ਪਾਸੇ ਇਜਾਰੇਦਾਰਾਂ ਨੂੰ ਟੈਕਸ ਦਾ ਮੁਲਾਂਕਣ ਕਰਨ ਲਈ ਉਸ ਨੂੰ ਇਕੱਤਰਤ ਕਰਨ ਦੀ ਖਾਸੀ ਛੋਟ ਦੇ ਦਿੱਤੀ ਗਈ ਸੀ। ਇਹਨਾਂ ਪਰਿਵਰਤਨਾਂ ਦੇ ਫਲਸਰੂਪ ਸਾਹੂਕਾਰਾਂ ਅਤੇ ਮਹਾਜਨਾਂ ਵਰਗੇ ਕਈ ਨਵੇਂ ਸਮਾਜਿਕ ਸਮੂਹ ਰਾਜਸਭ ਪ੍ਰਣਾਲੀ ਦੇ ਪ੍ਰਬੰਧ ਨੂੰ ਪ੍ਰਭਾਵਿਤ ਕਰਨ ਲੱਗੇ। ਅੱਗੇ ਬੰਗਾਲ ਹੈ। ਮੁਰਸ਼ੀਦ ਕੁਲੀ ਖਾਨ ਦੀ ਅਗਵਾਈ ਵਿੱਚ ਬੰਗਾਲ ਹੌਲੀ ਹੌਲੀ ਮੁਗਲ ਨਿਯੰਤਰਣ ਤੋਂ ਅਲੱਗ ਹੋ ਗਿਆ। ਭਾਵ ਕਿ ਪ੍ਰਾਂਤ ਦੇ ਸੂਬੇਦਾਰ ਦਾ ਪ੍ਰਤੀ ਨਿਯੁਕਤ ਸੀ, ਜਦਕਿ ਮੁਰਸ਼ੀਦ ਕੁਲੀ ਖਾਨ ਉਪਚਾਰਿਕ ਰੂਪ ਨਾਲ ਸੂਬੇਦਾਰ ਕਦੇ ਨਹੀਂ ਬਣਿਆ। ਉਸਨੇ ਬਹੁਤ ਜਲਦ ਸੂਬੇਦਾਰ ਦੇ ਅਹੁਦੇ ਨਾਲ ਜੁੜੀ ਹੋਈ ਸੱਤਾ ਆਪਣੇ ਹੱਥ ਵਿੱਚ ਲੈ ਲਈ। ਹੈਦਰਾਬਾਦ ਅਤੇ ਅਵਧ ਦੇ ਸ਼ਾਸਕਾਂ ਦੀ ਤਰ੍ਹਾਂ ਉਸਨੇ ਵੀ ਰਾਜ ਅਤੇ ਰਾਜਸਭ ਪ੍ਰਸ਼ਾਸਨ 'ਤੇ ਆਪਣਾ ਨਿਯੰਤਰਣ ਜਮਾਇਆ। ਬੰਗਾਲ ਵਿੱਚ ਮੁਗਲ ਪ੍ਰਭਾਵ ਨੂੰ ਘੱਟ ਕਰਨ ਲਈ ਉਸਨੇ ਬੰਗਾਲ ਦੇ ਰਾਜਸਭ ਦਾ ਵੱਡੇ ਪੈਮਾਨੇ 'ਤੇ ਪੁਨਰ ਨਿਰਧਾਰਨ ਕਰਨ ਦਾ ਆਦੇਸ਼ ਦਿੱਤਾ। ਸਾਰੇ ਜ਼ਿਮੀਂਦਾਰਾਂ ਕੋਲੋਂ ਬਹੁਤ ਕਠੋਰਤਾ ਨਾਲ ਰਾਜਸਭ ਨਕਦ ਵਸੂਲ ਕੀਤਾ ਜਾਂਦਾ ਸੀ। परिणाम स्वरूप लोग राजस्व का भुगतान नहीं कर पाते सन। उन्होंने मजबूरन अपनियां जमीनां वड्डे जमींदारां नूं बेचणियां पईयां। इस प्रकार 18वीं शताब्दी विच बंगाल दे खेतरी राज बन गया ਅਤੇ ਉਸ ਦੇ ਨਾਲ ਹੀ ਜ਼ਮੀਂਦਾਰਾਂ ਵਿੱਚ ਕਾਫੀ ਬਦਲਾਅ ਆਇਆ। ਰਾਜ ਤੇ ਸਾਹੂਕਾਰਾਂ ਦੇ ਵਿਚਕਾਰ ਹੈਦਰਾਬਾਦ ਅਤੇ ਅਵਧ ਵਿੱਚ ਜੋ ਗੂੜੇ ਸੰਬੰਧ ਸਨ ਉਹ ਅਲਵਰਦੀ ਖਾਨ ਦੇ ਸ਼ਾਸਨ ਕਾਲ 1740 ਤੋਂ ਲੈ ਕੇ 1756 ਈਸਵੀ ਵਿੱਚ ਬੰਗਾਲ ਵਿੱਚ ਹੀ ਸਪਸ਼ਟ ਕਰ ਦਿੱਤੇ ਗਏ। ਉਸ ਦੇ ਸ਼ਾਸਨ ਕਾਲ ਵਿੱਚ ਜਗਤ ਸੇਠ ਰਾਮ ਸਾਹੂਕਾਰ ਦਾ ਘਰਾਣਾ ਜਿਹੜਾ ਉਹ ਅਤਿਅੰਤ ਖੁਸ਼ਹਾਲ ਹੋ ਗਿਆ।
ਜੇਕਰ ਅਸੀਂ ਇਹਨਾਂ ਰਾਜਾਂ ਦੇ ਅਭਿਲਖਣਾਂ ਦੀ ਦ੍ਰਿਸ਼ਟੀ ਪਾਈਏ ਤਾਂ ਸਾਨੂੰ ਕੁਝ ਆਮ ਵਿਸ਼ੇਸ਼ਤਾਵਾਂ ਦੇਖਣ ਨੂੰ ਮਿਲਦੀਆਂ ਹਨ। ਪਹਿਲੀ, ਭਾਵੇਂ ਕਿ ਵੱਡੇ ਰਾਜ ਪੁਰਾਣੇ ਮੁਗਲ ਅਭਿਜਾਤਾਂ ਦੁਆਰਾ ਸਥਾਪਿਤ ਕੀਤੇ ਗਏ ਹਨ, ਇਹ ਅਭਿਜਾਤ ਕੁਝ ਪ੍ਰਸ਼ਾਸਨਿਕ ਵਿਵਸਥਾ ਦੇ ਪ੍ਰਤੀ ਸੰਦੇਹਾਸਪਦ ਸਨ ਜੋ ਉਹਨਾਂ ਨੂੰ ਉੱਤਰ ਅਧਿਕਾਰੀਆਂ ਵਿੱਚ ਮਿਲੇ ਸਨ। ਵਿਸ਼ੇਸ਼ ਤੌਰ ਤੇ ਜਾਗੀਰਦਾਰੀ ਵਿਵਸਥਾ ਨੂੰ ਅਤਿਅੰਤ ਸੰਦੇਹ ਦੀ ਦ੍ਰਿਸ਼ਟੀ ਤੋਂ ਦੇਖਿਆ ਕਰਦੇ ਸਨ। ਦੂਸਰਾ, ਉਹਨਾਂ ਨੇ ਟੈਕਸ ਪ੍ਰਾਪਤ ਕਰਨ ਦੇ ਤਰੀਕੇ ਮੁਗਲਾਂ ਨਾਲੋਂ ਭਿੰਨ ਸਨ। ਟੈਕਸ ਵਸੂਲੀ ਦੇ ਲਈ ਰਾਜ ਅਤੇ ਅਧਿਕਾਰੀਆਂ ਦਾ ਨਿਰਭਰ ਨਾ ਹੋ ਕੇ ਤਿੰਨ ਰਾਜਾਂ ਹੈਦਰਾਬਾਦ, ਅਵਧ, ਬੰਗਾਲ ਨੇ ਰਾਜਸਵ ਵਸੂਲੀ ਦੇ ਲਈ ਇਜਾਰੇਦਾਰਾਂ ਨਾਲ ਠੇਕੇ ਕਰ ਲਏ। ਇਜਾਰੇਦਾਰੀ ਦੀ ਪ੍ਰਥਾ ਜੋ ਮੁਗਲਾਂ ਦੁਆਰਾ ਪੂਰਨ ਤੌਰ ਤੇ ਨਾਪਸੰਦ ਕੀਤੀ ਗਈ, 18ਵੀਂ ਸ਼ਤਾਬਦੀ ਵਿੱਚ ਸਮੁੱਚੇ ਭਾਰਤ ਵਿੱਚ ਫੈਲ ਗਈ। ਫਿਰ ਵੀ ਦਿਹਾਤ ਦੇ ਉਸਦੇ ਪ੍ਰਭਾਵ ਵਿੱਚ ਖੇਤਰੀ ਭਿੰਨਤਾਵਾਂ ਸਨ। ਇਹਨਾਂ ਖੇਤਰੀ ਰਾਜਾਂ ਵਿੱਚ ਤੀਸਰਾ ਆਮ ਲੱਛਣ ਇਹ ਸੀ ਕਿ ਉਹਨਾਂ ਵਿੱਚ ਰਾਜ ਤੇ ਧਨੀ ਮਹਾਜਨਾਂ ਤੇ ਵਪਾਰਕ ਲੋਕਾਂ ਦੇ ਵਿਚਕਾਰ ਸੰਬੰਧ ਉੱਭਰਨ ਲੱਗ ਪਏ। ਸ਼ਾਹੂਕਾਰ ਮਹਾਜਨ ਲੋਕ ਲਗਾਨ ਵਸੂਲ ਕਰਨ ਵਾਲੇ ਇਜਾਰੇਦਾਰਾਂ ਨੂੰ ਪੈਸਾ ਉਧਾਰ ਦਿੰਦੇ ਸਨ। ਬਦਲੇ ਵਿੱਚ ਪ੍ਰਤੀਭੂਤੀ ਜ਼ਮਾਨਤ ਦੇ ਜਾਂ ਬੰਧਕ ਦੇ ਰੂਪ ਵਿੱਚ ਜ਼ਮੀਨ ਰੱਖ ਲੈਂਦੇ ਸਨ। ਉਹਨਾਂ ਦੀਆਂ ਜੋਤਾਂ ਨਾਲ ਆਪਣੇ ਖੁਦ ਦੇ ਕਰਿੰਦਿਆਂ ਦੇ ਜ਼ਰੀਏ ਟੈਕਸ ਵਸੂਲ ਕਰ ਲਏ। ਇਸ ਪ੍ਰਕਾਰ ਪੂਰੇ ਭਾਰਤ ਵਿੱਚ ਅਮੀਰ ਸ਼ਾਹੂਕਾਰਾਂ ਤੇ ਮਹਾਜਨਾਂ ਦੀ ਟੈਕਸ ਇਸ ਨਵੀਂ ਰਾਜਨੀਤੀ ਵਿਵਸਥਾ ਦੀ ਸਾਂਝੇਦਾਰੀ ਵੱਧ ਰਹੀ ਸੀ। ਰਾਜਪੂਤਾਂ ਦਾ ਵਤਨ ਜਾਗੀਰੀ। ਬਹੁਤ ਸਾਰੇ ਰਾਜਪੂਤ ਘਰਾਣੇ, ਵਿਸ਼ੇਸ਼ ਰੂਪ ਨਾਲ ਅੰਬਰ ਤੇ ਜੋਧਪੁਰ ਦੇ ਰਾਜ ਘਰਾਣੇ, ਮੁਗਲ ਵਿਵਸਥਾ ਵਿੱਚ ਵਿਸ਼ਿਸ਼ਟਤਾ ਦੇ ਨਾਲ ਸੇਵਾਰਤ ਰਹੇ। ਬਦਲੇ ਵਿੱਚ ਉਹਨਾਂ ਨੂੰ ਆਪਣੀਆਂ ਵਤਨ ਜਾਗੀਰਾਂ ਦੇ ਅਤੇ ਵਧੇਰੇ ਮੁਖਤਿਆਰੀ ਦਾ ਆਨੰਦ ਲੈਣ ਦੀ ਆਗਿਆ ਮਿਲੀ ਹੋਈ ਸੀ। ਹੁਣ 18ਵੀਂ ਸ਼ਤਾਬਦੀ ਵਿੱਚ ਉਹਨਾਂ ਸ਼ਾਸਕਾਂ ਨੇ ਆਪਣੇ ਆਸ-ਪਾਸ ਦੇ ਇਲਾਕਿਆਂ ਅਤੇ ਆਪਣੇ ਨਿਯੰਤਰਣ ਦਾ ਵਿਸਥਾਰ ਕਰਨ ਦੇ ਲਈ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ। ਜੋਧਪੁਰ ਦੇ ਰਾਜਾ ਅਜੀਤ ਸਿੰਘ ਨੇ ਵੀ ਮੁਗਲ ਦਰਬਾਰ ਦੀ ਗੁੱਟੀ ਰਾਜਨੀਤੀ ਵਿੱਚ ਆਪਣੇ ਪੈਰ ਫਸਾ ਲਏ। ਇਹਨਾਂ ਪ੍ਰਭਾਵਸ਼ਾਲੀ ਰਾਜਪੂਤ ਘਰਾਣਿਆਂ ਨੇ ਗੁਜਰਾਤ ਅਤੇ ਮਾਲਵਾ ਦੇ ਲਾਭਦਾਇਕ ਸੂਬਿਆਂ ਦੀ ਸੂਬੇਦਾਰੀ ਦਾ ਦਾਅਵਾ ਕੀਤਾ। ਜੋਧਪੁਰ ਦੇ ਰਾਜਾ ਅਜੀਤ ਸਿੰਘ ਨੂੰ ਗੁਜਰਾਤ ਦੀ ਸੂਬੇਦਾਰੀ ਅਤੇ ਅੰਬਰ ਦੇ ਸਵਾਈ ਰਾਜਾ ਜੈ ਸਿੰਘ ਨੂੰ ਮਾਲਵਾ ਦੀ ਸੂਬੇਦਾਰੀ ਮਿਲ ਗਈ। ਬਾਦਸ਼ਾਹ ਜਹਾਂਦਾਰ ਸ਼ਾਹ ਨੇ 1713 ਈਸਵੀ ਨੂੰ ਇਹਨਾਂ ਰਾਜਿਆਂ ਦੇ ਇਹਨਾਂ ਅਹੁਦਿਆਂ ਦਾ ਨਵੀਨੀਕਰਨ ਕਰ ਦਿੱਤਾ। ਉਹਨਾਂ ਨੇ ਆਪਣੇ ਵਤਨਾਂ ਦੇ ਆਂਢ ਗੁਆਂਢ ਦੇ ਸ਼ਾਹੀ ਇਲਾਕਿਆਂ ਦੇ ਕੁਝ ਹਿੱਸਿਆਂ ਤੇ ਕਬਜ਼ਾ ਕਰਨ ਦੀ ਵੀ ਕੋਸ਼ਿਸ਼ ਕੀਤੀ। ਜੋਧਪੁਰ ਰਾਜ ਘਰਾਣੇ ਨੇ ਨਾਗੌਰ ਨੂੰ ਜਿੱਤ ਲਿਆ ਤੇ ਆਪਣੇ ਰਾਜ ਵਿੱਚ ਮਿਲਾ ਲਿਆ। ਦੂਸਰੇ ਪਾਸੇ ਅੰਬਰ ਨੇ ਵੀ ਬੂੰਦੀ ਤੇ ਵੱਡੇ ਵੱਡੇ ਹਿੱਸਿਆਂ ਵਿੱਚ ਮੁਕਾਬਲਾ ਕਰ ਲਿਆ। ਸਵਾਈ ਰਾਜਾ ਜੈ ਸਿੰਘ ਨੇ ਜੈਪੁਰ ਨੂੰ ਨਵੀਂ ਰਾਜਧਾਨੀ ਬਣਾਇਆ ਅਤੇ 1722 ਈਸਵੀ ਵਿੱਚ ਆਗਰਾ ਦੀ ਸੂਬੇਦਾਰੀ ਦੇ ਦਿੱਤੀ ਗਈ। 1740 ਈਸਵੀ ਦੇ ਦਹਾਕੇ ਵਿੱਚ ਜਦੋਂ ਰਾਜਸਥਾਨ ਵਿੱਚ ਮਰਾਠਿਆਂ ਦੇ ਅਭਿਆਨ ਨੇ ਇਹਨਾਂ ਰਜਵਾੜਿਆਂ ਦੇ ਉੱਤੇ ਭਾਰੀ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਇਹਨਾਂ ਦਾ ਅੱਗੇ ਦਾ ਵਿਸਥਾਰ ਆ ਜਿਹੜਾ ਉਹ ਰੁਕ ਗਿਆ। ਅੱਗੇ ਸਿੱਖ ਆਜ਼ਾਦੀ ਹਾਸਲ ਕਰਨਾ। ਇਹਦੇ ਵਿੱਚ ਸਭ ਤੋਂ ਪਹਿਲਾਂ ਸਿੱਖ 17ਵੀਂ ਸ਼ਤਾਬਦੀ ਦੇ ਦੌਰਾਨ ਸਿੱਖ ਇੱਕ ਰਾਜਨੀਤਿਕ ਸਮੁਦਾਇ ਦੇ ਰੂਪ ਵਿੱਚ ਗਠਿਤ ਹੋ ਗਏ, ਜਿਸ ਨਾਲ ਪੰਜਾਬ ਦੇ ਖੇਤਰੀ ਰਾਜ ਨਿਰਮਾਣ ਨੂੰ ਪ੍ਰੋਤਸਾਹਨ ਮਿਲਿਆ। ਗੁਰੂ ਗੋਬਿੰਦ ਸਿੰਘ ਈਸਵੀ ਵਿੱਚ ਖਾਲਸਾ ਪੰਥ ਦੀ ਸਥਾਪਨਾ ਤੋਂ ਪਹਿਲਾਂ ਅਤੇ ਉਸ ਦੇ ਬਾਅਦ ਰਾਜਪੂਤ ਦੇ ਮੁਗਲ ਸ਼ਾਸਕਾਂ ਦੇ ਵਿਰੁੱਧ ਕਈ ਲੜਾਈਆਂ ਲੜੀਆਂ। 1708 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਜੋਤ ਸਮਾਉਣ ਤੋਂ ਬਾਅਦ ਬੰਦਾ ਬਹਾਦਰ ਦੀ ਅਗਵਾਈ ਵਿੱਚ ਖਾਲਸਾ ਤੇ ਮੁਗਲ ਸੱਤਾ ਵਿਰੁੱਧ ਵਿਦਰੋਹ ਕੀਤਾ। ਉਹਨਾਂ ਨੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਵਾਂ ਵਾਲੇ ਸਿੱਕੇ ਘੜ ਕੇ ਆਪਣੇ ਸ਼ਾਸਨ ਨੂੰ ਸਰਵਭੌਮ ਦੱਸਿਆ। ਸਤਲੁਜ ਤੇ ਜਮਨਾ ਨਦੀਆਂ ਦੇ ਵਿਚਕਾਰ ਦੇ ਖੇਤਰ ਵਿੱਚ ਉਹਨਾਂ ਨੇ ਆਪਣੇ ਪ੍ਰਸ਼ਾਸਨ ਦੀ ਸਥਾਪਨਾ ਕੀਤੀ। 1715 ਈਸਵੀ ਵਿੱਚ ਬੰਦਾ ਬਹਾਦਰ ਨੂੰ ਬੰਦੀ ਬਣਾ ਲਿਆ ਗਿਆ ਤੇ ਉਸ ਨੂੰ 1716 ਈਸਵੀ ਵਿੱਚ ਸ਼ਹੀਦ ਕੀਤਾ ਗਿਆ।
18ਵੀਂ ਸ਼ਤਾਬਦੀ ਵਿੱਚ ਕਈ ਯੋਗ ਨੇਤਾਵਾਂ ਦੀ ਅਗਵਾਈ ਵਿੱਚ ਸਿੱਖਾਂ ਨੇ ਆਪਣੇ ਆਪ ਨੂੰ ਜੱਥਿਆਂ ਵਿੱਚ ਅਤੇ ਬਾਅਦ ਵਿੱਚ ਮਿਸਲਾਂ ਵਿੱਚ ਸੰਗਠਿਤ ਕੀਤਾ। ਇਹਨਾਂ ਜੱਥਿਆਂ ਤੇ ਮਿਸਲਾਂ ਦੀ ਨਿਯੁਕਤੀ ਸੈਨਾ ਦਲ ਖਾਲਸਾ ਕਰਾਉਂਦੀ ਸੀ। ਉਹਨਾਂ ਦਿਨਾਂ ਵਿੱਚ ਦਲ ਖਾਲਸਾ ਵਿਸਾਖੀ ਅਤੇ ਦੀਵਾਲੀ ਦੇ ਤਿਉਹਾਰਾਂ ਤੇ ਅੰਮ੍ਰਿਤਸਰ ਵਿੱਚ ਮਿਲਦਾ ਸੀ। ਇਹਨਾਂ ਬੈਠਕਾਂ ਵਿੱਚ ਉਹ ਸਮੂਹਿਕ ਨਿਰਣੇ ਲਏ ਜਾਂਦੇ ਸਨ ਜਿਨ੍ਹਾਂ ਨੂੰ ਗੁਰਮਤਾ ਕਿਹਾ ਜਾਂਦਾ ਸੀ। ਸਿੱਖਾਂ ਨੇ ਰਾਖੀ ਵਿਵਸਥਾ ਦੀ ਸਥਾਪਨਾ ਕੀਤੀ, ਜਿਸ ਦੇ ਅੰਤਰਗਤ ਕਿਸਾਨਾਂ ਤੋਂ ਉਹਨਾਂ ਦੀ ਉਪਜ ਦਾ 20% ਟੈਕਸ ਆ ਜਿਹੜਾ ਵਸੂਲ ਕੇ ਉਹਨਾਂ ਦੇ ਬਦਲੇ ਵਿੱਚ ਉਹਨਾਂ ਨੂੰ ਸੁਰੱਖਿਆ ਦਿੱਤੀ ਜਾਂਦੀ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਨੂੰ ਪ੍ਰੇਰਿਤ ਕੀਤਾ ਕਿ ਸ਼ਾਸਨ ਉਹਨਾਂ ਦੇ ਭਾਗ ਵਿੱਚ ਹੈ ਜੋ ਰਾਜ ਕਰੇਗਾ ਖਾਲਸਾ। ਆਪਣੇ ਸੁਨਿਯੋਜਿਤ ਸੰਗਠਨ ਦੇ ਕਾਰਨ ਖਾਲਸਾ ਪਹਿਲਾਂ ਮੁਗਲ ਸੂਬੇਦਾਰਾਂ ਦੇ ਵਿਰੁੱਧ ਅਤੇ ਫਿਰ ਅਹਿਮਦ ਸ਼ਾਹ ਅਬਦਾਲੀ ਦੇ ਵਿਰੁੱਧ ਸਫਲ ਵਿਦਰੋਹ ਪ੍ਰਗਟ ਹੋਇਆ। ਅਹਿਮਦ ਸ਼ਾਹ ਅਬਦਾਲੀ ਨੇ ਮੁਗਲਾਂ ਤੋਂ ਪੰਜਾਬ ਦਾ ਖੁਸ਼ਹਾਲ ਪ੍ਰਾਂਤ ਸਰਹੰਦ ਦੀ ਸਰਕਾਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਖਾਲਸਾ ਨੇ 1765 ਈਸਵੀ ਨੂੰ ਆਪਣਾ ਸਿੱਕਾ ਘੜ ਕੇ ਸਾਰਵਭੌਮ ਸ਼ਾਸਨ ਦੀ ਘੋਸ਼ਣਾ ਕਰ ਦਿੱਤੀ। ਇਹ ਮਹੱਤਵਪੂਰਨ ਹੈ ਕਿ ਸਿੱਕੇ ਦੇ ਉੱਕਰੇ ਸ਼ਬਦ ਉਹੀ ਹਨ ਜੋ ਬੰਦਾ ਸਿੰਘ ਬਹਾਦਰ ਦੇ ਸਮੇਂ ਵਿੱਚ ਖਾਲਸਾ ਦੇ ਆਦੇਸ਼ਾਂ ਦੇ ਵਿੱਚ ਪਾਏ ਜਾਂਦੇ ਸਨ। 18ਵੀਂ ਸ਼ਤਾਬਦੀ ਦੇ ਅੰਤਿਮ ਭਾਗ ਵਿੱਚ ਸਿੱਖ ਇਲਾਕੇ ਸਿੰਧੂ ਤੋਂ ਜਮਨਾ ਤੱਕ ਫੈਲੇ ਹੋਏ ਸੀ, ਜਦਕਿ ਇਹ ਭਿੰਨ-ਭਿੰਨ ਸ਼ਾਸਕਾਂ ਵਿੱਚ ਵੰਡੇ ਹੋਏ ਸਨ। ਇਹਨਾਂ ਵਿੱਚੋਂ ਮਹਾਨ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਦੇ ਵਿਭਿੰਨ ਸਿੱਖ ਸਮੂਹਾਂ ਵਿੱਚ ਫਿਰ ਤੋਂ ਏਕਤਾ ਕਾਇਮ ਕਰਕੇ 1799 ਈਸਵੀ ਵਿੱਚ ਲਾਹੌਰ ਨੂੰ ਆਪਣੀ ਰਾਜਧਾਨੀ ਬਣਾਇਆ। ਅੱਗੇ ਮਰਾਠਾ ਰਾਜ ਜਿਹੜਾ ਸੀਗਾ ਹੋਰ ਸ਼ਕਤੀਸ਼ਾਲੀ ਇੱਕ ਖੇਤਰੀ ਰਾਜ ਸੀਗਾ ਜੋ ਮੁਗਲ ਸ਼ਾਸਨ ਦਾ ਲਗਾਤਾਰ ਵਿਦਰੋਹ ਕਰਕੇ ਪੈਦਾ ਹੋਇਆ ਸੀ। ਸ਼ਿਵਾਜੀ 1627 ਤੋਂ ਲੈ ਕੇ 1680 ਦੇ ਵਿੱਚ ਇੱਕ ਸ਼ਕਤੀਸ਼ਾਲੀ ਯੋਧਾ ਜਿਸ ਦੀ ਸਥਾਪਨਾ ਇੱਕ ਸ਼ਕਤੀਸ਼ਾਲੀ ਯੋਧਾ ਦੀ ਸਹਾਇਤਾ ਨਾਲ ਇੱਕ ਸਥਾਈ ਰਾਜ ਦੀ ਸਥਾਪਨਾ ਕੀਤੀ। ਅਤਿਅੰਤ ਗਤੀਸ਼ੀਲ ਕਿਸਾਨ ਪਸ਼ੂਚਾਰਕ ਮਰਾਠਿਆਂ ਤੇ ਸੈਨਾ ਦੇ ਮੁੱਖ ਅਧਿਕਾਰੀ ਬਣ ਗਏ। ਸ਼ਿਵਾਜੀ ਨੇ ਪ੍ਰਾਇਦੀਪ ਤੇ ਮੁਗਲਾਂ ਦੀ ਚੁਣੌਤੀ ਦੇਣ ਲਈ ਇਸ ਸੈਨਿਕ ਬਲ ਦਾ ਪ੍ਰਯੋਗ ਕੀਤਾ। ਸ਼ਿਵਾਜੀ ਦੀ ਮੌਤ ਤੋਂ ਬਾਅਦ ਮਰਾਠਾ ਰਾਜ ਵਿੱਚ ਪ੍ਰਭਾਵੀ ਸ਼ਕਤੀ ਚਿੰਤਪਾਵਨ ਬ੍ਰਾਹਮਣ ਦੇ ਇੱਕ ਪਰਿਵਾਰ ਦੇ ਹੱਥ ਵਿੱਚ ਰਹੀ, ਜੋ ਸ਼ਿਵਾਜੀ ਦੇ ਉੱਤਰਾਧਿਕਾਰੀ ਦੇ ਸ਼ਾਸਨ ਕਾਲ ਵਿੱਚ ਪੇਸ਼ਵਾ ਨੂੰ ਆਪਣੀਆਂ ਸੇਵਾਵਾਂ ਪਹੁੰਚਾਉਂਦੇ ਰਹੇ। ਪੁਣੇ ਮਰਾਠਾ ਦੀ ਰਾਜਧਾਨੀ ਬਣ ਗਿਆ। ਪੇਸ਼ਵਾਵਾਂ ਦੀ ਦੇਖ-ਰੇਖ ਵਿੱਚ ਮਰਾਠਿਆਂ ਨੇ ਅਤਿਅੰਤ ਸਫਲ ਸੰਗਠਨ ਦਾ ਵਿਕਾਸ ਕੀਤਾ। ਉਹਨਾਂ ਦੀ ਸਫਲਤਾ ਦਾ ਰਹੱਸ ਇਹ ਸੀ ਕਿ ਉਹ ਮੁਗਲਾਂ ਦੇ ਕਿਲ੍ਹਾਬੰਦ ਇਲਾਕਿਆਂ ਨਾਲ ਟੱਕਰ ਨਾ ਲੈਂਦੇ ਹੋਏ ਉਹਨਾਂ ਨੂੰ ਚੁੱਪਚਾਪ ਨਿਕਲ ਕੇ ਸ਼ਹਿਰਾਂ ਕਸਬਿਆਂ 'ਤੇ ਹਮਲਾ ਬੋਲਦੇ ਸਨ ਅਤੇ ਮੁਗਲ ਸੈਨਾ ਨਾਲ ਅਜਿਹੇ ਮੈਦਾਨੀ ਇਲਾਕਿਆਂ ਵਿੱਚ ਮੁੱਠਭੇੜ ਕਰ ਲੈਂਦੇ ਸਨ ਜਿੱਥੇ ਰਸਦ ਪਹੁੰਚਾਉਣ 'ਤੇ ਜਿਹੜੀਆਂ ਮੁਸ਼ਕਲਾਂ ਸੀਗੀਆਂ ਉਹ ਆਉਂਦੀਆਂ ਸੀ। 1720 ਤੋਂ ਲੈ ਕੇ 1761 ਈਸਵੀ ਦੇ ਵਿਚਕਾਰ ਮਰਾਠਾ ਸਾਮਰਾਜ ਦਾ ਕਾਫੀ ਵਿਸਤਾਰ ਹੋਇਆ ਸੀ। ਉਸਨੇ ਹੌਲੀ-ਹੌਲੀ ਕਾਫੀ ਸਫਲਤਾਪੂਰਵਕ ਜਿਹੜੀ ਮੁਗਲ ਸਾਮਰਾਜ ਦੀ ਸੱਤਾ ਨੂੰ ਨੁਕਸਾਨ ਪਹੁੰਚਾਇਆ ਸੀ। 1720 ਈਸਵੀ ਦੇ ਦਹਾਕੇ ਵਿੱਚ ਮਾਲਵਾ ਤੇ ਗੁਜਰਾਤ ਮੁਗਲਾਂ ਤੋਂ ਖੋਹ ਲੈ ਗਏ। 1730 ਈਸਵੀ ਦੇ ਦਹਾਕੇ ਵਿੱਚ ਮਰਾਠਾ ਨਰੇਸ਼ ਨੂੰ ਸਮੁੱਚੇ ਦੱਖਣ ਪ੍ਰਾਇਦੀਪੀ ਦੇ ਅਧਿਪਤੀ ਦੇ ਰੂਪ ਵਿੱਚ ਮਾਨਤਾ ਮਿਲ ਗਈ। ਨਾਲ ਹੀ ਇਸ ਖੇਤਰ ਵਿੱਚ ਚੌਥ ਤੇ ਸਰਵਦੇਸ਼ ਮੁਖੀ ਟੈਕਸ ਵਸੂਲਣ ਦਾ ਅਧਿਕਾਰ ਹੋ ਗਿਆ। ਅੱਗੇ ਹੈਗਾ 1737 ਈਸਵੀ ਵਿੱਚ ਦਿੱਲੀ ਦੇ ਧਾਵਾ ਬੋਲਣ ਵਾਲੇ ਬਾਅਦ ਵਿੱਚ ਮਰਾਠਾ ਦੀ ਪ੍ਰਭੂਤਾ ਦੀਆਂ ਸੀਮਾਵਾਂ ਨੂੰ ਤੇਜ਼ ਕਰਨ ਵਾਲੇ ਉਹ ਉੱਤਰ ਵਿੱਚ ਰਾਜਸਥਾਨ ਤੇ ਪੰਜਾਬ, ਪੂਰਬ ਵਿੱਚ ਬੰਗਾਲ ਤੇ ਉੜੀਸਾ ਅਤੇ ਦੱਖਣ ਵਿੱਚ ਕਰਨਾਟਕ ਤੇ ਤਾਮਿਲਨਾਡੂ ਪ੍ਰਦੇਸ਼ਾਂ ਤੱਕ ਫੈਲ ਗਏ। ਇਹਨਾਂ ਖੇਤਰਾਂ ਨੂੰ ਉਪਚਾਰਿਕ ਰੂਪ ਨਾਲ ਮਰਾਠਾ ਸਾਮਰਾਜ ਵਿੱਚ ਸ਼ਾਮਲ ਨਹੀਂ ਕੀਤਾ ਗਿਆ,
ਪਰ ਮਰਾਠਾ ਪ੍ਰਭੂ ਸੱਤਾ ਨੂੰ ਸਵੀਕਾਰ ਕਰਨ ਦੇ ਨਾਲ ਹੀ ਸਵੀਕਾਰ ਕਰਨ ਦੇ ਤਰੀਕੇ ਉੱਪਰ ਭੇਂਟ ਕਰਨ ਦੀ ਰਕਮ ਦਿੱਤੀ ਜਾਣ ਲੱਗੀ। ਸਾਮਰਾਜ ਦੇ ਇਸ ਵਿਸਥਾਰ ਨਾਲ ਉਹਨਾਂ ਨੂੰ ਸੰਸਾਧਨ ਭੰਡਾਰ ਤਾਂ ਮਿਲ ਗਿਆ, ਪਰ ਉਹਨਾਂ ਦੀ ਕੀਮਤ ਵੀ ਉਹਨਾਂ ਨੂੰ ਦੇਣੀ ਪਈ। ਮਰਾਠਿਆਂ ਦੇ ਸੈਨਿਕ ਅਭਿਆਨਾਂ ਦੇ ਕਾਰਨ ਹੋਰ ਸ਼ਾਸਕ ਵੀ ਉਹਨਾਂ ਦੇ ਵਿਰੁੱਧ ਹੋ ਗਏ। परिणाम स्वरूप मराठियां ਨੂੰ 1761 ਈਸਵੀ ਵਿੱਚ ਪਾਣੀਪਤ ਦੀ ਤੀਜੀ ਲੜਾਈ ਵਿੱਚ ਹੋਰ ਸ਼ਾਸਕਾਂ ਤੋਂ ਕੋਈ ਸਹਾਇਤਾ ਨਹੀਂ ਮਿਲੀ। ਅੰਤਹੀਣ ਸੈਨਿਕ ਅਭਿਆਨਾਂ ਦੇ ਨਾਲ ਨਾਲ ਮਰਾਠਿਆਂ ਨੇ ਇੱਕ ਪ੍ਰਭਾਵੀ ਪ੍ਰਸ਼ਾਸਨ ਵਿਵਸਥਾ ਤਿਆਰ ਕੀਤੀ। ਕਿਸਾਨਾਂ ਨੂੰ ਪ੍ਰੋਤਸਾਹਿਤ ਕੀਤਾ ਗਿਆ, ਵਪਾਰ ਨੂੰ ਪੁਨਰ ਜੀਵਿਤ ਕੀਤਾ ਗਿਆ। ਇਸ ਨਾਲ ਸਿੰਧੀਆ, ਗਾਇਕਵਾੜ ਤੇ ਭੌਂਸਲੇ ਵਰਗੇ ਮਰਾਠੇ ਸਰਦਾਰਾਂ ਨੂੰ ਸ਼ਕਤੀਸ਼ਾਲੀ ਸੈਨਾਵਾਂ ਖੜੀਆਂ ਕਰਨ ਦੇ ਲਈ ਸੰਸਾਧਨ ਮਿਲ ਸਕੇ। 1720 ਈਸਵੀ ਦੇ ਦਹਾਕੇ ਵਿੱਚ ਮਾਲਵਾ ਵਿੱਚ ਮਰਾਠਾ ਅਭਿਆਨਾਂ ਨੇ ਆਪਣੇ ਖੇਤਰ ਵਿੱਚ ਸਥਿਤ ਸ਼ਹਿਰਾਂ ਦੇ ਵਿਕਾਸ ਤੇ ਖੁਸ਼ਹਾਲੀ ਨੂੰ ਕੋਈ ਹਾਨੀ ਨਹੀਂ ਪਹੁੰਚਾਈ। ਉਜੈਨ ਸਿੰਧੀਆ ਦੀ ਸੁਰੱਖਿਆ ਵਿੱਚ, ਇੰਦੌਰ ਹੋਲਕਰ ਦੇ ਸੰਰਖਣ ਵਿੱਚ ਵਾਧਾ ਫੁੱਲਦਾ ਰਿਹਾ। ਇਹ ਸ਼ਹਿਰ ਹਰ ਤਰ੍ਹਾਂ ਦੇ ਵੱਡੇ ਤੇ ਖੁਸ਼ਹਾਲ ਸਨ। ਉਹ ਮਹੱਤਵਪੂਰਨ ਵਪਾਰਕ ਤੇ ਸੰਸਕ੍ਰਿਤਿਕ ਕੇਂਦਰਾਂ ਦੇ ਰੂਪ ਵਿੱਚ ਕਾਰਜ ਕਰਦੇ ਰਹੇ। ਮਰਾਠਿਆਂ ਦੁਆਰਾ ਨਿਯੰਤਰਿਤ ਇਲਾਕਿਆਂ ਵਿੱਚ ਵਪਾਰ ਦੇ ਨਵੇਂ ਮਾਰਗ ਖੁੱਲ੍ਹੇ। ਚੰਦੇਰੀ ਦੇ ਖੇਤਰ ਵਿੱਚ ਉਤਪਾਦਕ ਰੇਸ਼ਮੀ ਕੀੜਿਆਂ ਨੂੰ ਮਰਾਠਿਆਂ ਦੀ ਰਾਜਧਾਨੀ ਪੁਣੇ ਵਿੱਚ ਨਵਾਂ ਬਾਜ਼ਾਰ ਮਿਲਿਆ। ਬੁਰਹਾਨਪੁਰ ਪਹਿਲਾਂ ਆਗਰਾ ਵਿੱਚ ਸੂਰਤ ਦੇ ਵਿਚਕਾਰ ਇੱਕ ਧੁਰੀ ਤੇ ਹੀ ਆਪਣੇ ਵਪਾਰ ਨਾਲ ਜੁੜਿਆ ਰਿਹਾ, ਪਰੰਤੂ ਹੁਣ ਉਸਨੇ ਆਪਣੇ ਵਪਾਰਕ ਅੰਦਰਲੇ ਖੇਤਰਾਂ ਨੂੰ ਵਧਾ ਕੇ ਦੱਖਣ ਅਤੇ ਪੁਣੇ ਦੇ ਨਾਗਪੁਰ ਦੇ ਇਲਾਕੇ ਨੂੰ ਪੂਰਬ ਵਿੱਚ ਲਖਨਊ ਤੇ ਇਲਾਹਾਬਾਦ ਨੂੰ ਸ਼ਾਮਲ ਕਰ ਲਿਆ। ਅੱਗੇ ਜਾਟ, ਹੋਰ ਰਾਜਾਂ ਦੀ ਤਰ੍ਹਾਂ ਜਾਟਾਂ ਨੇ ਵੀ 17ਵੀਂ ਤੇ 18ਵੀਂ ਸਦੀਆਂ ਵਿੱਚ ਆਪਣੀ ਸੱਤਾ ਸੁਦ੍ਰਿੜ ਕੀਤੀ। ਇਹਨਾਂ ਦੇ ਨੇਤਾ ਚੂੜਾਮਨ ਦੀ ਅਗਵਾਈ ਵਿੱਚ ਉਹਨਾਂ ਨੇ ਦਿੱਲੀ ਦੇ ਪੱਛਮ ਵਿੱਚ ਸਥਿਤ ਖੇਤਰਾਂ ਦੇ ਨਿਯੰਤਰਣ ਕੀਤਾ। 1680 ਦੇ ਦਹਾਕੇ ਦੌਰਾਨ ਆਉਂਦੇ ਉਹਨਾਂ ਦਾ ਪ੍ਰਭਾਵ ਦਿੱਲੀ, ਆਗਰਾ ਦੇ ਦੋ ਸ਼ਾਹੀ ਸ਼ਹਿਰਾਂ ਦੇ ਵਿਚਕਾਰ ਖੇਤਰ ਤੇ ਪੈਣਾ ਸ਼ੁਰੂ ਹੋ ਗਿਆ। ਨਤੀਜੇ ਵਜੋਂ ਕੁਝ ਅਰਸੇ ਲਈ ਉਹ ਆਗਰਾ ਸ਼ਹਿਰ ਦੇ ਰਖਵਾਲੇ ਬਣ ਗਏ। ਜਾਟ ਖੁਸ਼ਹਾਲ ਕਿਸਾਨ ਸਨ। 1739 ਈਸਵੀ ਵਿੱਚ ਜਦੋਂ ਨਾਦਰ ਸ਼ਾਹ ਨੇ ਦਿੱਲੀ ਤੇ ਹਮਲਾ ਬੋਲ ਕੇ ਉਸ ਨੂੰ ਲੁੱਟਿਆ ਤਾਂ ਦਿੱਲੀ ਦੇ ਲਈ ਕਈ ਸਨਮਾਨਿਤ ਵਿਅਕਤੀਆਂ ਤੇ ਭਰਤਪੁਰ ਵਿੱਚ ਸ਼ਰਨ ਲਈ। ਨਾਦਰ ਸ਼ਾਹ ਦੇ ਪੁੱਤਰ ਜਵਾਹਿਰ ਸ਼ਾਹ ਕੋਲ 30,000 ਸੈਨਿਕ ਸਨ। ਉਸਨੇ 20,000 ਹੋਰ ਸੈਨਿਕ ਮਰਾਠਿਆਂ ਤੋਂ ਲਏ, 15,000 ਸੈਨਿਕ ਸਿੱਖਾਂ ਤੋਂ ਲਏ। ਇਹਨਾਂ ਦੇ ਬਲਬੂਤੇ ਨਾਲ ਉਹ ਮੁਗਲਾਂ ਤੋਂ ਜਿੱਤ ਗਿਆ। ਜਿੱਥੇ ਭਰਤਪੁਰ ਦਾ ਕਿਲਾ ਕਾਫੀ ਹੱਦ ਤੱਕ ਪਾਰੰਪਰਿਕ ਸ਼ੈਲੀ ਵਿੱਚ ਬਣਾਇਆ ਗਿਆ ਸੀ, ਉੱਥੇ ਦੀਗ ਵਿੱਚ ਜਾਟਾਂ ਦੇ ਅੰਬਰ ਅਤੇ ਆਗਰਾ ਦੀਆਂ ਸ਼ੈਲੀਆਂ ਦਾ ਰੂਪ ਇਸ ਵਿੱਚ ਮਿਲਦਾ ਏ। ਇਸ ਯੁੱਗ ਵਿੱਚ ਇਮਾਰਤਾਂ ਤੇ ਉਹਨਾਂ ਦੇ ਨਮੂਨਿਆਂ ਦੇ ਉੱਤੇ ਮੀਨਾਕਾਰੀ ਹੈ, ਜਿਹੜੀ ਵਸਤੂ ਕਲਾ ਹੈ, ਉਹ ਕੀਤੀ ਜਾਂਦੀ ਸੀ। ਤਾਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਅਸੀਂ ਰਾਜ ਪੜ੍ਹੇ ਨੇ, ਕਿਵੇਂ ਬਾਬਰ ਤੋਂ ਲੈ ਕੇ ਲਾਸਟ ਤੱਕ ਜਿਹੜੇ ਰਾਜ ਨੇ ਉਹਨਾਂ ਦੀ ਸਥਾਪਨਾ ਹੋਈ ਹੈ, ਉਹਨਾਂ ਦਾ ਨਿਰਮਾਣ ਹੋਇਆ। ਅੱਗੇ ਫਿਰ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ। ਓਕੇ।